ਪ੍ਰਸਾਦਿਤ ਜਹ ਬਿਗਨ ਮਹਿ ਆਨੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਖੰਡਾਂ ਬ੍ਰਹਮੰਡਾਂ ਦੇ ਮਾਲਕ ਸਤਿਗੁਰੂ ਧਰਤੀ ਨੂੰ ਧੀਰਜ ਦੇਵਨਹਾਰ ਕਲਯੁਗ ਕੀ ਓਰ ਬਾਣੀ ਕੇ ਬੋਲਤ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਰੂਪ ਗੁਰੂ ਪਿਆਰੇ ਖਾਲਸਾ ਜੀਵਨ ਭਾਗੀ ਕੋ ਸੱਚੇ ਪਾਤਸ਼ਾਹ ਜੀ ਦੀ ਅਪਾਰ ਕਿਰਪਾ ਹੋਈ ਹੈ। ਅੰਮ੍ਰਿਤ ਵੇਲੇ ਦੇ ਸੁੰਦਰ ਦਿਵਾਨ ਸਜੇ ਨੇ, ਸੋ ਹਜ਼ੂਰ ਦੇ ਪਰਮ ਕਿਰਪਾਲਤਾ ਸਦਕਾ ਆਪ ਸਭ ਜਾਣਦੇ ਹੋ ਕਿ ਦਸ਼ਮੇਸ਼ ਪਿਤਾ ਬਲੀ ਬਹਾਦਰ ਸਤਿਗੁਰੂ ਕਲਗੀਧਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਹਜ਼ੂਰ ਦਾ ਪ੍ਰਕਾਸ਼ ਦਿਹਾੜਾ ਆ ਰਿਹਾ ਹੈ। ਸੋ ਸੱਚੇ ਪਾਤਸ਼ਾਹ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸੋ ਮਨ ਦੀ ਵਿਚਾਰ ਸੀ ਕਿ ਜੋ ਬਾਜਾਂ ਵਾਲੇ ਸਤਿਗੁਰਾਂ ਨੇ ਆਪਣੇ ਆਉਣ ਦਾ ਕਾਰਨ ਦੱਸਿਆ ਕਿ ਅਸੀਂ ਇਸ ਧਰਤੀ ਤੇ ਕਿਉਂ ਆਏ, ਸਾਡੇ ਆਉਣ ਦਾ ਕਾਰਨ ਕੀ ਸੀ, ਅਸੀਂ ਕਾਇਨਾਤ ਤੇ ਆ ਕਰਕੇ ਕੀ ਕੀਤਾ ਹੈ ਔਰ ਕੀ ਕਰਨਾ ਹੈ। ਹਜ਼ੂਰ ਨੇ ਇਹ ਸ੍ਰੀ ਦਸਮ ਗ੍ਰੰਥ ਦੀ ਗੁਰਬਾਣੀ ਸ੍ਰੀ ਬਚਿੱਤਰ ਨਾਟਕ ਵਿੱਚ ਕਿਹਾ। ਹਾਂ, ਕੋਈ ਵਿਦਵਾਨ ਸਤਿਗੁਰਾਂ ਦੇ ਜੀਵਨ ਨੂੰ ਕਹੇ, ਕੋਈ ਵਧਾ ਚੜਾ ਕਰਕੇ ਕਹਿ ਸਕਦਾ ਹੈ, ਲੇਕਿਨ ਇਹ ਸੱਚੇ ਪਾਤਸ਼ਾਹ ਜੀ ਨੇ ਆਪ ਲਿਖਿਆ ਆਪਣੇ ਹੱਥੀਂ ਕਿ ਸਾਨੂੰ ਇਸ ਕਾਇਨਾਤ ਤੇ ਆਉਣ ਦੀ ਕਿਉਂ ਲੋੜ ਪਈ ਹੈ। ਸੋ ਆਪਾਂ ਹੁਣ ਪਾਵਨ ਗੁਰਬਾਣੀ ਦੀ ਵਿਚਾਰ ਸਰਵਣ ਕਰਨੀ ਹੈ। ਸੋ ਪਹਿਲੋਂ ਮੁਆਫੀ ਮੰਗਦਾ ਕਿਉਂਕਿ 10-15 ਮਿੰਟ ਕਥਾ ਦੇ ਸਮੇਂ ਤੋਂ ਅੱਗੇ ਲੇਟ ਹੈ। ਤਾਂ ਇਸ ਪ੍ਰਕਾਰ ਆਓ ਹੁਣ ਆਪਾਂ ਗੁਰਬਾਣੀ ਦੀ ਵਿਚਾਰ ਸਰਵਣ ਕਰਨੀ ਹੈ ਜੋ ਬਲੀ ਬਹਾਦਰ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਪਣੇ ਆਉਣ ਦਾ ਕਾਰਨ ਲਿਖਿਆ। ਬੇਨਤੀ ਹੈ ਕਿ ਮਨ ਨੂੰ ਇਕਾਗਰ ਕਰਕੇ ਸਾਵਧਾਨ ਹੋ ਕਰਕੇ, ਕਿਉਂਕਿ ਜੇਕਰ ਅਸੀਂ ਕੰਧਾਂ ਨੂੰ ਧੂਆਂ ਲਾ ਕਰਕੇ ਬੈਠਾਂਗੇ ਨਾ, ਫਿਰ ਮਨ ਇਕਾਗਰ ਨਹੀਂ ਰਹੇਗਾ। ਇਹ ਸੰਗਤ ਦੇ ਲੱਛਣ ਨਹੀਂ ਹਨ। ਸੰਗਤ ਦਾ ਲੱਛਣ ਹੁੰਦਾ ਹੈ ਸਾਵਧਾਨ ਹੋ ਕਰਕੇ ਬੈਠਣਾ, ਸ਼ਬਦ ਵਿੱਚ ਬਿਰਤੀ ਜੋੜ ਕਰਕੇ ਰੱਖਣੇ। ਸੱਚੇ ਪਾਤਸ਼ਾਹ ਜੀ ਕਿਰਪਾ ਕਰਨਗੇ। ਬੜੀ ਆਨੰਦਮਈ ਗੁਰਬਾਣੀ ਦੀ ਵਿਆਖਿਆ ਹੈ। ਕੇਵਲ ਮਨ ਨੂੰ ਇਹ ਕਥਾ ਦੇ ਵਿੱਚ ਜੋੜ ਕਰਕੇ ਸਰਵਣ ਕਰਨਾ ਜੀ, ਇਹ ਬੇਨਤੀ ਪ੍ਰਵਾਨ ਕਰਿਓ।
ਸਰਵਣ ਕਰਨ ਤੋਂ ਪਹਿਲਾਂ ਮਨ ਦੀ ਇਕਾਗਰਤਾ ਵਾਸਤੇ ਝੁਕਾਓ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੀਸ। ਦੋਵੇਂ ਹੱਥ ਜੋੜ ਕਰਕੇ ਪ੍ਰੇਮ ਨਾਲ ਸਾਰੀ ਸੰਗਤ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ। ਅਬ ਮੈਂ ਆਪਣੀ ਕਥਾ ਬਖਾਨੋ। ਸੋ ਗੁਰੂ ਰੂਪ ਗੁਰੂ ਪਿਆਰੇ ਖਾਲਸਾ ਜੀ, ਬਾਜਾਂ ਵਾਲੇ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਹਜ਼ੂਰ ਕਹਿ ਰਹੇ ਨੇ, ਆਪ ਮੈਂ ਆਪਣੀ ਕਥਾ ਬਖਾਨੋ ਕਿ ਖਾਲਸਾ ਜੀ, ਹੁਣ ਅਸੀਂ ਆਪਣੀ ਜੀਵਨ ਦੀ ਕਥਾ ਦੱਸਦੇ ਹਾਂ। ਕਿਉਂ ਅਸੀਂ ਇਸ ਦੁਨੀਆ 'ਤੇ ਆਏ ਔਰ ਸਾਡੇ ਆਉਣ ਦਾ ਕਾਰਨ ਕੀ ਬਣਿਆ, ਕੀ ਅਸੀਂ ਦੁਨੀਆ 'ਤੇ ਆ ਕੇ ਕਰਨਾ ਹੈ, ਉਹ ਭਾਈ ਤੁਹਾਡੇ ਤਾਈ ਕਹਿੰਦੇ ਹਨ। ਇਹ ਹਜ਼ੂਰ ਦੀ ਆਪਣੀ ਲਿਖੀ ਹੋਈ ਗੁਰਬਾਣੀ ਹੈ। ਸੋ ਸੱਚੇ ਪਾਤਸ਼ਾਹ ਜੀ ਨੇ ਆਪਣੇ ਮੁਖ ਤੋਂ ਇਹ ਗੁਰਬਾਣੀ ਉਚਾਰਨ ਕੀਤੀ ਹੈ। ਬਚਿੱਤਰ ਨਾਨਕੇ ਦਾ ਨਾਮ ਹੈ, ਦਸਮ ਗ੍ਰੰਥ ਵਿੱਚ ਇਹ ਦਰਜ ਹੈ। ਹਜ਼ੂਰ ਕਹਿ ਰਹੇ ਨੇ ਕਿ ਹੁਣ ਅਸੀਂ ਆਪਣੀ ਕਥਾ ਸੁਣਾਉਂਦੇ ਹਾਂ। ਤਬ ਸਾਧਤ ਜਹ ਬੁੱਧ ਮਹਿ ਆਨੋ। ਤਾਂ ਅਸੀਂ ਬੜਾ ਭਾਰੀ ਤਾਪ ਕਰ ਰਹੇ ਸਾਂ, ਭਗਤੀ ਕਰ ਰਹੇ ਸਾਂ। ਜਿਵੇਂ ਵੀ ਸਾਡਾ ਇਸ ਦੁਨੀਆ 'ਤੇ ਆਉਣਾ ਹੋਇਆ ਤੁਹਾਨੂੰ ਸਭ ਕੁਝ ਦੱਸਦੇ ਆ, ਕਿਉਂਕਿ ਜਿਸ ਵਕਤ ਇਹ 1 ਲੱਖ ਗਊ ਦੀ ਹੱਤਿਆ ਹੋਣ ਲੱਗੀ ਸੀ, ਸਤਿਯੁਗ ਦੇ ਸਮੇਂ ਵਿੱਚ ਕਸਾਈ ਮਾਰ ਲੱਗੇ ਸੀ 1 ਲੱਖ ਗਊ। ਤੋ ਹਜ਼ੂਰ ਉਦੋਂ ਨੰਦੇੜ ਜੋ ਹਜ਼ੂਰ ਸਾਹਿਬ ਦੀ ਧਰਤੀ ਹੈ, ਇਹ ਹਜ਼ੂਰ ਦਾ ਸਤਿਯੁਗੀ ਅਸਥਾਨ ਹੈ। ਇੱਥੇ ਮਹਾਰਾਜ ਨੇ ਸਤਿਯੁਗ ਵਿੱਚ ਭਗਤੀ ਕੀਤੀ ਹੈ। ਉਹ ਕਸਾਈਆਂ ਨੂੰ ਮਾਰ ਕਰਕੇ ਦੁਸ਼ਟ ਦਮਨ ਨਾਮ ਰਖਾਇਆ। ਤਾਂ ਇਵੇਂ ਫਿਰ 1400 ਵਰ੍ਹਾ ਜਿਹੜਾ ਸੀਗਾ ਉਹ ਕਲਗੀਧਰ ਪਾਤਸ਼ਾਹ ਜੀ ਨੇ ਰਾਜ ਕੀਤਾ। ਫਿਰ ਹਜ਼ੂਰ ਹੇਮਕੁੰਟ ਦੀਆਂ ਪਹਾੜੀਆਂ ਵਿੱਚ ਚਲੇ ਗਏ, ਉੱਥੇ ਬੈਠ ਕੇ ਭਗਤੀ ਕਰਨ ਲੱਗ ਪਏ। ਹਜ਼ੂਰ ਕਹਿੰਦੇ ਜਿਵੇਂ ਵੀ ਅਸੀਂ ਤਪ ਸਾਧਦਿਆਂ ਹੋਇਆਂ ਇਸ ਦੁਨੀਆ 'ਤੇ ਆਏ ਉਹ ਸਭ ਦੱਸਾਂਗੇ। ਹੇਮਕੁੰਟ ਪਰਬਤ ਹੈ ਜਹਾਂ। ਇਹ ਖਾਲਸਾ ਜੀ, ਜਿੱਥੇ ਹੇਮਕੁੰਟ ਸਾਹਿਬ ਪਰਬਤ ਹੈ, ਹੇਮ ਨਾਮ ਬਰਫ ਦਾ ਹੁੰਦਾ ਹੈ ਤੇ ਕੁੰਟ ਨਾਮ ਹੁੰਦਾ ਹੈ ਸਰੋਵਰ ਦਾ। ਜਿੱਥੇ ਬਰਫ ਹੀ ਬਰਫ ਹੈ, ਇੱਕ ਛੋਟਾ ਜਿਹਾ ਸਰੋਵਰ ਹੈ। ਅੱਜ ਉੱਥੇ ਅਸਥਾਨ ਬਣਿਆ ਹੋਇਆ ਹੇਮਕੁੰਟ ਸਾਹਿਬ। ਮਹਾਰਾਜ ਜੀ ਕਹਿ ਰਹੇ ਨੇ ਜਿੱਥੇ ਹੇਮਕੁੰਟ ਸਾਹਿਬ ਤਾਂ ਇਵੇਂ ਭਾਈ ਪਰਬਤ ਹੈ। ਸਬਤ ਸ੍ਰਿੰਗ ਸੋਭਤ ਹੈ ਤਹਾਂ। ਉੱਥੇ ਵੱਡੀਆਂ ਵੱਡੀਆਂ 7 ਪਹਾੜੀਆਂ ਸ਼ੋਭਾ ਪਾਉਂਦੀਆਂ ਨੇ। ਅੱਜ ਵੀ ਜਾ ਕੇ ਦਰਸ਼ਨ ਕਰਿਓ। 7 ਪਹਾੜੀਆਂ ਸ਼ੋਭਾ ਪਾਉਂਦੀਆਂ ਹਨ। ਸਬਤ ਸ੍ਰਿੰਗ ਦੇ ਨਾਮ ਕਹਾਵਾ। ਤਾਂ ਉਸ ਨੂੰ ਸਬਤ ਸ੍ਰਿੰਗ ਵੀ ਕਿਹਾ ਜਾਂਦਾ ਹੈ, ਕਿਉਂਕਿ 7 ਪਹਾੜੀਆਂ ਹੋਣ ਕਰਕੇ ਉਹਨੂੰ ਸਬਤ ਸ੍ਰਿੰਗ ਕਹਿ ਦਿੰਦੇ ਨੇ। ਹਜ਼ੂਰ ਕਹਿੰਦੇ ਉਹਨੂੰ ਸਬਤ ਸ੍ਰਿੰਗ ਵੀ ਕਿਹਾ ਜਾਂਦਾ ਹੈ। ਰਾਜ ਜਹ ਜੁਗ ਗਮਾਵਾ। ਤਾਂ ਜੋ ਪੰਡੂ ਰਾਜਾ ਹੋਇਆ, ਇਸ ਨੇ ਵੀ ਪਹਿਲੋਂ ਉੱਥੇ ਤਪ ਕੀਤਾ ਸੀ, ਲੇਕਿਨ ਦੁਖੀ ਹੋ ਕਰਕੇ ਮਰ ਗਿਆ, ਤਪ ਨਹੀਂ ਸੀ ਕਰ ਸਕਿਆ, ਇੰਨੀ ਕੁ ਉੱਥੇ ਠੰਡ ਹੁੰਦੀ ਹੈ। ਹਜ਼ੂਰ ਕਹਿੰਦੇ ਪੰਡੂ ਰਾਜਾ ਜਿਹੜਾ ਸੀਗਾ, ਇਹਨੇ ਵੀ ਭਾਈ ਉੱਥੇ ਤਪ ਕੀਤਾ ਸੀ। ਹਮ ਅਦਿਕ ਤਪੱਸਿਆ ਸਾਧੀ। ਹਜ਼ੂਰ ਕਹਿੰਦੇ ਅਸੀਂ ਉਸ ਅਸਥਾਨ 'ਤੇ ਬੜੀ ਤਪੱਸਿਆ ਅਰਾਧਨਾ ਕੀਤੀ, ਭਾਵ ਕਿ ਬਹੁਤ ਭਾਰੀ ਅਸੀਂ ਭਗਤੀ ਕਰਨਾ ਕੀਤੀ। ਮਹਾਕਾਲ ਕਾਲ ਕਾ ਅਰਾਧੀ। ਤੋ ਹਜ਼ੂਰ ਕਹਿੰਦੇ ਮਹਾਕਾਲ ਕਾਲ ਕਾ ਅਰਾਧੀ। ਜੋ ਮਹਾਕਾਲ ਦਾ ਕਾਲ ਸੀ, ਵਾਹਿਗੁਰੂ ਉਹਦੇ ਅਰਾਧੀ ਬਣ ਕਰਕੇ ਅਰਾਧਨਾ ਕੀਤੀ।
ਕਈ ਭੁੱਲੜ ਵੀਰ ਇੱਥੇ ਆ ਕਰਕੇ ਭੁਲੇਖਾ ਖਾ ਜਾਂਦੇ ਨੇ। ਉਹ ਕਹਿੰਦੇ ਨੇ ਕਿ ਦਸਮ ਗ੍ਰੰਥ ਦੀ ਗੁਰਬਾਣੀ ਨੂੰ ਅਸੀਂ ਤਦ ਨਹੀਂ ਮੰਨਦੇ ਕਿਉਂਕਿ ਇੱਥੇ ਲਿਖਿਆ ਹੋਇਆ ਮਹਾਕਾਲ ਕਾਲਕਾ ਆਰਾਧੀ, ਕਿ ਹਜ਼ੂਰ ਨੇ ਕਾਲੀ ਦੇਵੀ ਦੀ ਆਰਾਧਨਾ ਕੀਤੀ ਹੈ। ਤਾਂ ਉਹ ਕਹਿਣਗੇ ਕਿ ਵੇਖੋ ਮਹਾਰਾਜ ਨੇ ਲਿਖਿਆ ਆਰਾਧੀ, ਅਤੇ ਆਰਾਧੀ ਵਾਚਕ ਇਸਤਰੀ ਲਿੰਗ ਹੁੰਦਾ ਹੈ। ਤਾਂ ਉਹਨਾਂ ਲੋਕਾਂ ਨੂੰ ਇਹ ਸਵਾਲ ਹੈ, ਹੁਣ ਪਾਠ ਕਰਨ ਵਾਲੇ ਨੂੰ ਪਾਠੀ ਕਿਹਾ ਜਾਂਦਾ ਹੈ, ਆਰਾਧਨਾ ਕਰਨ ਵਾਲੇ ਨੂੰ ਹਮੇਸ਼ਾ ਆਰਾਧੀ ਕਿਹਾ ਜਾਂਦਾ ਹੈ, ਨਾਮ ਜਪਣ ਵਾਲੇ ਨੂੰ ਨਾਮੀ ਕਿਹਾ ਜਾਂਦਾ ਹੈ। ਤਾਂ ਇਸ ਪ੍ਰਕਾਰ ਜਿਹਦੇ ਮਨ ਵਿੱਚ ਕੋਈ ਕਾਮਨਾ ਹੋਵੇ ਉਹਨੂੰ ਕਾਮਣੀ ਕਿਹਾ ਜਾਂਦਾ ਹੈ। ਇਵੇਂ ਭਾਈ ਇਹ ਭੁਲੇਖਿਆਂ ਵਿੱਚ ਨਹੀਂ ਪੈਣਾ। ਹਜ਼ੂਰ ਨੇ ਆਪ ਲਿਖਿਆ, ਮੈਂ ਨਾ ਗਣੇਸ਼ਾ ਪ੍ਰਥਮ ਮਨਾਉ ਕਿਸਨ ਬਿਸਨ ਕਬਹੂ ਨੇ ਧਿਆਉ। ਮਹਾਰਾਜ ਨੇ ਕਿਹਾ ਸੀ ਕਿ ਕੋਈ ਦੇਵੀ ਦੇਵਤੇ ਨੂੰ ਨਹੀਂ ਧਿਆਉਣੇ ਹੈ, ਅਸੀਂ ਤਾਂ ਕੇਵਲ ਅਕਾਲ ਦੀ ਪੁਜਾਰੀ ਹਾਂ। ਤੋ ਇੱਥੇ ਵੀ ਹਜ਼ੂਰ ਉਹੀ ਕਹਿ ਰਹੇ ਨੇ ਕਿ ਮਹਾਕਾਲ ਕਾਲ ਕਾ ਆਰਾਧੀ, ਜੋ ਕਾਲ ਦਾ ਵੀ ਕਾਲ ਵਾਹਿਗੁਰੂ ਹੈ, ਉਹਦੀ ਅਸੀਂ ਆਰਾਧੀ ਬਣ ਕਰਕੇ ਆਰਾਧਨਾ ਕੀਤੀ ਹੈ। ਹਜ਼ੂਰ ਦਾ ਹੋਰ ਵੀ ਬਚਨ ਆਉਂਦਾ ਦਸਮ ਗ੍ਰੰਥ ਅੰਦਰ, ਕਾਲਨ ਕੋ ਕਾਲ ਮਹਾਕਾਲਨ ਕੋ ਮਹਾਕਾਲ। ਹਜ਼ੂਰ ਨੇ ਵਾਰ-ਵਾਰ ਆਪਣੀ ਗੁਰਬਾਣੀ ਅੰਦਰੋਂ ਵਾਹਿਗੁਰੂ ਦਾ ਜ਼ਿਕਰ ਕੀਤਾ। ਆਪ ਰਹਿਰਾਸ ਸਾਹਿਬ ਦੀ ਗੁਰਬਾਣੀ ਪੜ੍ਹਦੇ ਹੋ, ਉੱਥੇ ਵੀ ਹਜ਼ੂਰ ਨੇ ਕਿਹਾ ਕਿ ਮਹਾਕਾਲ ਰਖਵਾਰ ਹਮਾਰੋ। ਉੱਥੇ ਵੀ ਮਹਾਰਾਜ ਸੱਚੇ ਪਾਤਸ਼ਾਹ ਨੇ ਮਹਾਕਾਲ ਦੀ ਗੱਲ ਕੀਤੀ ਹੈ। ਇਹ ਸਭ ਸਿੱਧ ਹੁੰਦਾ ਕਿ ਹਜ਼ੂਰ ਵਾਹਿਗੁਰੂ ਦੇ ਆਰਾਧੀ ਸਨ, ਨਾ ਕਿ ਕਾਲੀ ਦੇਵਤੀ ਦੇ ਤੋਂ ਕਾਲੀ ਦੇਵੀ ਦੇ। ਤੋ ਹਜ਼ੂਰ ਕਹਿ ਰਹੇ ਨੇ ਕਿ ਮਹਾਕਾਲ ਦਾ ਜੋ ਕਾਲ ਸੀਗਾ, ਅਸੀਂ ਭਾਈ ਉਹਦੀ ਆਰਾਧਨਾ ਕਰਨਾ ਕੀਤੀ, ਭਾਵ ਉਸ ਨੂੰ ਚੇਤੇ ਕਰ ਰਹੇ ਸਾਂ। ਤਪੱਸਿਆ ਭਇਓ, ਇਵੇਂ ਭਾਈ ਅਸੀਂ ਤਪੱਸਿਆ ਕਰਦੇ ਰਹੇ, ਭਗਤੀ ਕਰਦੇ ਰਹੇ। ਤੇ ਏਕ ਰੂਪ ਹੋਇ ਗਇਓ, ਐਸੀ ਕਿਰਪਾ ਹੋਈ ਕਿ ਵਾਹਿਗੁਰੂ ਦਾ ਨਿਰਗੁਣ ਸਰੂਪ ਸੀ, ਸਾਡੀ ਇੱਕ ਮਿਕ ਹੋ ਗਈ, ਭਾਵ ਕਿ ਏਕਤਾ ਹੋ ਗਈ। ਐਸੀ ਭਗਤੀ ਕੀਤੀ, ਅਸੀਂ ਵਾਹਿਗੁਰੂ ਦੇ ਵਿੱਚ ਹੀ ਲੀਨ ਹੋ ਗਏ, ਇੱਕ ਮਿਕ ਹੋ ਗਏ। ਰਾਤ ਮਾਤ ਮੁਰ ਅਲਖ ਅਰਾਧਾ। ਤਾਂ ਇੱਧਰ ਪੰਜਾਬ ਦੇ ਵਿੱਚ ਬਾਬਾ ਬਕਾਲਾ ਸਾਹਿਬ ਦੀ ਧਰਤੀ 'ਤੇ ਤਾਤ ਮਾਤ, ਤਾਤ ਦਾ ਅਰਥ ਹੁੰਦਾ ਪਿਤਾ ਅਤੇ ਮਾਤ ਦਾ ਅਰਥ ਹੁੰਦਾ ਮਾਤਾ। ਹਜ਼ੂਰ ਕਹਿੰਦੇ ਸਾਡੇ ਮਾਤਾ ਪਿਤਾ ਵਾਹਿਗੁਰੂ ਨੂੰ ਚੇਤੇ ਕਰ ਰਹੇ ਸਨ। ਲਖਣ ਤੋਂ ਵਾਹਿਗੁਰੂ ਜਿਹੜਾ ਰਹਿਤ ਹੈ, ਉਸ ਵਾਹਿਗੁਰੂ ਨੂੰ ਚੇਤੇ ਕਰ ਰਹੇ ਸਨ, ਕਿਉਂਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਹਜ਼ੂਰ ਨੇ ਬਾਬਾ ਬਕਾਲਾ ਸਾਹਿਬ 26 ਸਾਲ 9 ਮਹੀਨੇ ਅਤੇ 13 ਦਿਨ ਭੋਰੇ ਵਿੱਚ ਬੈਠ ਕੇ ਬੰਦਗੀ ਕੀਤੀ ਹੈ। ਅਤੇ ਮਾਤਾ ਗੁਜਰ ਕੌਰ ਜੀ ਦਰਵਾਜ਼ੇ 'ਤੇ ਖੜ੍ਹ ਕੇ ਪਹਿਰਾ ਦਿੰਦੇ ਰਹੇ ਸਨ ਕਿ ਕਿਤੇ ਮੇਰੇ ਪਤੀ ਦੇ ਇਹ ਲੱਗੀ ਹੋਈ ਸਮਾਧੀ ਵਿੱਚ ਕਿਤੇ ਕੋਈ ਫਰਕ ਹੀ ਨਾ ਪੈ ਜਾਵੇ। ਅਤੇ ਮਨ ਵਿੱਚ ਇਹੀ ਇੱਛਾ ਸੀ ਕਿ ਇਹ ਵਾਹਿਗੁਰੂ ਮੇਰੀ ਕੁੱਖ ਵਿੱਚੋਂ ਆਪ ਆ ਕਰਕੇ ਅਵਤਾਰ ਧਾਰੋ। ਇਹ ਮਾਤਾ ਗੁਜਰ ਕੌਰ ਜੀ ਦੀ ਇੱਛਾ ਸੀਗੀ। ਹਜ਼ੂਰ ਕਹਿੰਦੇ ਇੱਧਰ ਸਾਡੇ ਮਾਤਾ ਪਿਤਾ ਵਾਹਿਗੁਰੂ ਨੂੰ ਆਰਾਧ ਰਹੇ ਸਨ। ਜੋਗ ਸਾਧਨਾ ਸਾਧਾ, ਤੋਂ ਬਹੁਤ ਯੋਗ ਸਾਧਨਾ ਵੀ ਸਾਧ ਲੈਂਦੇ ਸੀ ਮਾਤਾ ਗੁਜਰ ਕੌਰ ਗੁਰੂ ਤੇਗ ਬਹਾਦਰ ਜੀ, ਕਿਉਂਕਿ ਜਿਸ ਵਕਤ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਹੋਈ ਹੈ, ਜਦੋਂ ਛੋਟੇ ਸਾਹਿਬਜ਼ਾਦੇ ਸ਼ਹੀਦ ਹੋ ਗਏ ਨੇ, ਮਾਤਾ ਗੁਜਰ ਕੌਰ ਜੀ ਨੂੰ ਆ ਕੇ ਫਤਿਹ ਬੁਲਾਈ ਹੈ, ਸਰੀਰ ਨਹੀਂ ਦਿਖਾਈ ਦੇ ਰਹੇ। ਮਾਤਾ ਗੁਜਰ ਕੌਰ ਜੀ ਨੇ ਪੁੱਛਿਆ ਸੀ ਕਿ ਬੱਚਿਓ, ਇਹ ਸਾਹਿਬਜ਼ਾਦਿਓ ਤੁਹਾਡੇ ਸਰੀਰ ਕਿਉਂ ਨਹੀਂ ਦਿਖਾਈ ਦੇ ਰਹੇ? ਤਾਂ ਕਿਹਾ ਸੀ, ਇਹ ਦਾਦੀ ਮਾਂ, ਅਸੀਂ ਸ਼ਹੀਦੀ ਬਾਣਾ ਪਹਿਨ ਲਿਆ ਹੈ, ਤੋ ਆਪ ਵੀ ਸਾਡੇ ਨਾਲ ਹੀ ਚੱਲੋ। ਇਤਿਹਾਸ ਕਹਿੰਦਾ ਕਿ ਮਾਤਾ ਜੀ ਕੋਲ ਯੋਗ ਸਾਧਨਾ ਸੀਗੀ, ਕਿਉਂਕਿ ਜੋਗੀ ਲੋਕ ਜਦੋਂ ਵੀ ਪ੍ਰਾਣ ਛੱਡਦੇ ਨੇ 10ਵੇਂ ਦੁਆਰ ਵਿੱਚ ਜਾ ਕੇ ਛੱਡਦੇ ਨੇ।
ਤੋ ਮਾਤਾ ਗੁਜਰ ਕੌਰ ਜੀ ਨੇ ਵੀ ਆਪਣੇ ਸਵਾਸ 10ਵੇਂ ਦੁਆਰ ਅੰਦਰ ਜਾ ਕੇ ਫੋੜੇ ਸਨ, ਜਿਸ ਕਾਰਨ ਉਹਨਾਂ ਦੇ ਸਿਰ ਵਿੱਚੋਂ ਕੁਝ ਕੁ ਖੂਨ ਨਿਕਲਿਆ ਸੀਗਾ। ਤੋ ਜਿਹੜੇ ਚੁੰਚ ਗਿਆਨੀ ਸੀ ਉਹਨਾਂ ਨੂੰ ਇਹ ਭੁਲੇਖਾ ਪੈ ਗਿਆ ਕਿ ਸ਼ਾਇਦ ਮਾਤਾ ਗੁਜਰ ਕੌਰ ਜੀ ਨੇ ਇਵੇਂ ਕੰਧ ਨਾਲ ਟੱਕਰ ਮਾਰੀ ਤਦ ਮੌਤ ਹੋ ਗਈ ਹੈ, ਜਾਂ ਬੁਰਜ ਤੋਂ ਛਾਲ ਮਾਰ ਦਿੱਤੀ ਹੈ। ਨਹੀਂ ਭਾਈ, ਇਹ ਕਹਿਣਾ ਬੜਾ ਵੱਡਾ ਪਾਪ ਹੈ। ਮਾਤਾ ਜੀ ਨੇ ਆਪਣੀ ਇੱਛਾ ਨਾਲ ਸਰੀਰ ਤਿਆਗਿਆ ਸੀ। ਤੋ ਇਹ ਹਜ਼ੂਰ ਮਹਾਰਾਜ ਉਸ ਦਾ ਭਾਈ ਪ੍ਰੂਫ ਦੇ ਰਹੇ ਨੇ। ਕਹਿੰਦੇ ਨੇ ਕਿ ਸਾਡੇ ਮਾਤਾ ਪਿਤਾ ਜੀ ਨੂੰ ਯੋਗ ਸਾਧਨਾ ਆਉਂਦੀ ਸੀਗੀ, ਇਹ ਵੀ ਯੋਗ ਸਾਧਨਾ ਸਾਧਦੇ ਰਹੇ। ਜੋ ਕਰੀ ਅਲਾਗੀ ਸੇਵਾ, ਜੋ ਸਾਡੇ ਮਾਤਾ ਪਿਤਾ ਜੀ ਨੇ ਉਹ ਵਾਹਿਗੁਰੂ ਦੀ ਸੇਵਾ ਕੀਤੀ, ਉਹਨੂੰ ਚੇਤੇ ਕੀਤਾ, ਦਾਤੇ ਭਏ ਪ੍ਰਸੰਨ ਗੁਰਦੇਵਾ, ਤਾਂ ਉਹਨਾਂ ਦੀ ਸਿਮਰਨ ਭਜਨ ਬੰਦਗੀ ਨੂੰ ਦੇਖ ਕਰਕੇ ਉਹ ਵਾਹਿਗੁਰੂ ਕਿਰਪਾਲੂ ਹੋ ਗਏ। ਜਿਨ ਪ੍ਰਭ ਜਬ ਆਇਸ ਮੁਹਿ ਦੀਆ, ਤੋ ਹਜ਼ੂਰ ਕਹਿ ਰਹੇ ਨੇ ਕਿ ਉਸ ਵਾਹਿਗੁਰੂ ਨੇ ਜਦੋਂ ਸਾਨੂੰ ਆਗਿਆ ਦਿੱਤਾ, ਕਿਉਂਕਿ ਹਜ਼ੂਰ ਦਾ ਜਨਮ ਇਹ ਅਵਤਾਰ ਪਟਨਾ ਸਾਹਿਬ ਹੋਇਆ ਬਿਹਾਰ ਵਿੱਚ, ਤੇ ਅੱਜ ਵੀ ਉੱਧਰ ਇਵੇਂ ਬੋਲੀ ਬੋਲੀ ਜਾਂਦੀ ਹੈ ਕਿ ਲੱਸੀ ਪਿੱਤਾ ਤੋ ਇਵੇਂ ਪਾਣੀ ਦਿੱਤਾ, ਇਤਿਆਦਿਕ ਉੱਧਰ ਹੀ ਬਚਨ ਕਹੇ ਜਾਂਦੇ ਨੇ। ਹਜ਼ੂਰ ਵੀ ਉੱਧਰ ਦੀ ਬੋਲੀ ਬੋਲ ਰਹੇ ਨੇ, ਕਹਿ ਰਹੇ ਨੇ ਕਿ ਜਬ ਆਇਸ ਤੋ ਇਸ ਪ੍ਰਕਾਰ, ਤਾਂ ਇਵੇਂ ਤਿੰਨ ਪ੍ਰਭ ਜਬ ਆਇਸ ਮੋਹਿ ਦੀਆ, ਭਾਵ ਕਿ ਜਦੋਂ ਉਸ ਵਾਹਿਗੁਰੂ ਨੇ ਸਾਨੂੰ ਆਗਿਆ ਦਿੱਤਾ, ਭਾਵ ਕਿ ਜਦੋਂ ਉਸ ਵਾਹਿਗੁਰੂ ਦੀ ਸਾਨੂੰ ਆਗਿਆ ਹੋਏ, ਤਬ ਹਮ ਜਨਮ ਕਰੂ ਮਹਿ ਲੀਆ, ਹੇ ਖਾਲਸਾ ਜੀ, ਤਦੋਂ ਹੀ ਅਸੀਂ ਦੁਨੀਆ ਵਿੱਚ ਆ ਕਰਕੇ ਅਵਤਾਰ ਧਾਰਿਆ ਸੀਗਾ, ਜਦੋਂ ਸਾਨੂੰ ਵਾਹਿਗੁਰੂ ਨੇ ਆਗਿਆ ਕੀਤੀ। ਜਿਤਨਾ ਭਇਓ ਹਮਰੋ ਆਵਨ ਕਹੈ, ਹੇ ਖਾਲਸਾ ਜੀ, ਸਾਡਾ ਚਿੱਤ ਨਹੀਂ ਸੀ ਕਰਦਾ ਦੁਨੀਆ ਤੇ ਆਉਣ ਨੂੰ, ਕਿਉਂਕਿ ਅਸੀਂ ਵਾਹਿਗੁਰੂ ਦੀ ਬੰਦਗੀ ਵਿੱਚ ਲੀਨ ਸਾਂ। ਸਾਡਾ ਇਸ ਦੁਨੀਆ ਤੇ ਆਉਣ ਵਾਸਤੇ ਚਿੱਤ ਨਹੀਂ ਸੀ ਕਰਦਾ। ਰਹੀ ਸੁਰਤ ਪ੍ਰਭ ਚਰਨ ਮਹਿ, ਸਾਡੀ ਸੁਰਤੀ ਤਾਂ ਵਾਹਿਗੁਰੂ ਦੇ ਚਰਨਾਂ ਵਿੱਚ ਐ ਚੁਭੀ ਹੋਈ ਸੀਗੀ, ਐ ਟਿਕੀ ਹੋਈ ਸੀ। ਸਾਡਾ ਨਹੀਂ ਸੀ ਚਿੱਤ ਕਰਦਾ ਕਿ ਦੁਨੀਆ ਤੇ ਆਈਏ, ਸਾਡਾ ਮਨ ਨਹੀਂ ਸੀ ਕਰਦਾ ਦੁਨੀਆ ਤੇ ਆਉਣ ਵਾਸਤੇ। ਜਿਉ ਤਿਉ ਪ੍ਰਭ ਹਮਕੋ ਸਮਝਾਇਓ, ਤਾਂ ਬਾਜਾਂ ਵਾਲੇ ਸਤਿਗੁਰੂ ਕਹਿ ਰਹੇ ਨੇ ਕਿ ਜਿਵੇਂ ਕਿਵੇਂ ਕਰਕੇ ਸਾਨੂੰ ਵਾਹਿਗੁਰੂ ਨੇ ਸਮਝਾਇਆ, ਕਿਉਂਕਿ ਜਦੋਂ ਆਪ ਹੇਮਕੁੰਟ ਸਾਹਿਬ ਤਪ ਕਰ ਰਹੇ ਸੀਗੇ, ਤੋ ਜਦੋਂ ਆਪ ਜੀ ਨੇ ਸਰੀਰ ਤਿਆਗਿਆ, ਵਾਹਿਗੁਰੂ ਦੇ ਸਨਮੁਖ ਆਏ ਨੇ, ਉੱਥੇ ਫਿਰ ਜਾਪ ਸਾਹਿਬ ਉਚਾਰਨ ਕੀਤਾ। ਜਿਹੜੀ ਦੂਜੀ ਗੁਰਬਾਣੀ ਪੜ੍ਹਦੇ ਅਸੀਂ ਜਾਪ ਸਾਹਿਬ, ਇਹ ਵਾਹਿਗੁਰੂ ਦੇ ਸਾਹਮਣੇ ਖੜ ਕਰਕੇ ਬਾਜਾਂ ਵਾਲੇ ਸਤਿਗੁਰਾਂ ਨੇ ਨਮਸਕਾਰਾਂ ਕੀਤੀਆਂ ਸੀਗੀਆਂ ਕਿ ਨਮਸਤੰ ਅਕਾਲੇ, ਨਮਸਤੰ ਕਿਰਪਾਲੇ, ਨਮਸਤੰ ਅਰੂਪੇ, ਨਮਸਤੰ ਅਨੂਪੇ, ਨਮਸਤੰ ਅਭੇਖੇ, ਨਮਸਤੰ ਅਲੇਖੇ, ਨਮਸਤੰ ਅਕਾਏ, ਨਮਸਤੰ ਅਜਾਏ। ਇਹ ਹਜ਼ੂਰ ਨੇ ਸਾਰੀਆਂ ਨਮਸਕਾਰਾਂ ਕੀਤੀਆਂ ਨੇ ਜਾਪ ਸਾਹਿਬ ਅੰਦਰ। ਤੋ ਇਵੇਂ ਹਜ਼ੂਰ ਕਹਿ ਰਹੇ ਨੇ ਕਿ ਸਾਡਾ ਚਿੱਤ ਤੇ ਨਹੀਂ ਸੀ ਕਰਦਾ ਆਉਣ ਵਾਸਤੇ, ਲੇਕਿਨ ਜਿਵੇਂ ਕਿਵੇਂ ਕਰਕੇ ਸਾਨੂੰ ਵਾਹਿਗੁਰੂ ਨੇ ਸਮਝਾਉਣਾ ਕੀਤਾ। ਕਹਿ ਕੇ ਇਹ ਲੋਕ ਪਠਾਇਓ, ਤਾਂ ਇਵੇਂ ਕਹਿ ਕਰਕੇ ਸਾਨੂੰ ਇਸ ਦੁਨੀਆ ਤੇ ਭੇਜਿਆ। ਹੁਣ ਦੱਸਦੇ ਨੇ ਕਿ ਸਾਨੂੰ ਵਾਹਿਗੁਰੂ ਨੇ ਕੀ ਕਿਹਾ ਸੀਗਾ। ਬੜਾ ਮਨ ਨੂੰ ਇਕਾਗਰ ਕਰਕੇ ਖਾਲਸਾ ਜੀ ਸੁਣਨਾ। ਹਜ਼ੂਰ ਕਹਿ ਰਹੇ ਨੇ ਕਿ ਕੀ ਸਾਨੂੰ ਵਾਹਿਗੁਰੂ ਨੇ ਕਹਿ ਕਰਕੇ ਭੇਜਿਆ, ਭਾਈ ਦੱਸਦੇ ਹਾਂ। ਅਕਾਲ ਪੁਰਖ ਬਾਜ ਇਸ ਕੀਟ ਪ੍ਰਤ, ਤੋ ਹਜ਼ੂਰ ਦੀ ਧੰਨ ਨਿਮਰਤਾ ਹੈ। ਵਾਹਿਗੁਰੂ ਦੇ ਬਚਨ ਕਹਿਣ ਤੋਂ ਪਹਿਲਾਂ ਲਿਖਿਆ ਕਿ ਅਕਾਲ ਪੁਰਖ ਬਾਜ, ਕਿ ਹੁਣ ਜਿਹੜੇ ਅਸੀਂ ਬਚਨ ਕਹਾਂਗੇ ਉਹ ਅਕਾਲ ਪੁਰਖ ਵਾਹਿਗੁਰੂ ਦੇ ਸਾਨੂੰ ਹੋਏ ਸੀ। ਤੇ ਇਸ ਕੀਟ ਪ੍ਰਤ, ਕੀਟ ਦਾ ਅਰਥ ਹੁੰਦਾ ਕੀੜਾ। ਹਜ਼ੂਰ ਕਹਿੰਦੇ ਮੇਰੇ ਕੀੜੇ ਤਾਈਂ ਇਹ ਬਚਨ ਕਹੇ। ਧੰਨ ਹੈ ਨਿਮਰਤਾ ਬਾਜਾਂ ਵਾਲੀ ਸਤਿਗੁਰਾਂ ਦੀ। ਅੱਜ ਸਾਨੂੰ ਕੋਈ ਮਾੜੀ ਜੀ ਕੋਈ ਗੱਲ ਕਿਉਂ ਨਾ ਕਹਿ ਦੇਵੇ, ਅਸੀਂ ਅਗਲੇ ਦੇ ਗੱਲ ਪੈ ਜਾਂਦੇ ਹਾਂ। ਮਹਾਰਾਜ ਕਹਿੰਦੇ ਨੇ ਕਿ ਵਾਹਿਗੁਰੂ ਦੇ ਬਚਨ ਜੋ ਹੋਏ ਇਸ ਕੀਟ ਦੇ ਪ੍ਰਤੀ, ਉਹ ਭਾਈ ਤੁਹਾਨੂੰ ਅਸੀਂ ਹੁਣ ਕਹਿੰਦੇ ਹਾਂ। ਜਬ ਪਹਿਲੇ ਹਮ ਸ੍ਰਿਸ਼ਟ ਬਣਾਈ, ਤਾਂ ਹਜ਼ੂਰ ਕਹਿ ਰਹੇ ਨੇ ਕਿ ਸਾਨੂੰ ਵਾਹਿਗੁਰੂ ਨੇ ਸਮਝਾਇਆ ਕਿ ਜਦੋਂ ਅਸੀਂ ਪਹਿਲਾਂ ਦੁਨੀਆ ਬਣਾਈ ਸੀ, ਸਭ ਤੋਂ ਪਹਿਲੋਂ
ਜਦੋਂ ਇਹ ਦੁਨੀਆ ਬਣਾਉਣਾ ਕੀਤੀ ਦਇਅਤ ਰਚੇ ਦੁਸ਼ਟ ਦੁਖਦਾਈ। ਤਾਂ ਉਸ ਸਮੇਂ ਪਹਿਲੋਂ ਦੈਂਤਾਂ ਦੀ ਇਹ ਰਚਨਾ ਹੋਈ, ਜਿਹੜੇ ਦੈਂਤ ਹੁੰਦੇ ਸੀਗੇ। ਤਾਂ ਹਜ਼ੂਰ ਕਹਿੰਦੇ ਵਾਹਿਗੁਰੂ ਨੇ ਸਾਨੂੰ ਕਿਹਾ ਕਿ ਅਸੀਂ ਹੇ ਦੁਸ਼ਟ ਦਮਨ ਜੀ, ਅਸੀਂ ਸਭ ਤੋਂ ਪਹਿਲਾਂ ਦੁਨੀਆ ਬਣਾ ਕਰਕੇ ਇਵੇਂ ਜਿਹੜੇ ਦੈਂਤ ਸੀ ਉਹਨਾਂ ਦੈਂਤਾਂ ਨੂੰ ਪੈਦਾ ਕੀਤਾ। ਤੇ ਕੁਝ ਬਲ ਬਵਰੇ ਹੋਏ ਗਏ। ਦੈਂਤਾਂ ਦੀਆਂ ਬਾਹਾਂ ਵਿੱਚ ਬਲ ਬੜਾ ਸੀ, ਉਹ ਆਪਣੇ ਬਲ ਕਰਕੇ ਬਵਰੇ ਤੋਂ ਭਾਵ ਹੁੰਦਾ ਕਮਲੇ ਹੋ ਗਏ, ਉਹਨਾਂ ਨੂੰ ਹੰਕਾਰ ਹੋ ਗਿਆ ਕਿ ਸਾਡੇ ਵਿੱਚ ਤਾਕਤ ਬੜੀ ਹੈ। ਉਹ ਤਾਂ ਤੰਗ ਕਰਨ ਲੱਗ ਪਏ। ਹਜ਼ੂਰ ਕਹਿੰਦੇ ਉਹ ਆਪਣੀਆਂ ਬਾਹਾਂ ਦੇ ਬਲ ਕਰਕੇ ਕਮਲੇ ਹੋ ਗਏ। ਪੂਜਤ ਪਰਮ ਪੁਰਖ ਰਹਿ ਗਏ। ਤਾਂ ਜਿਸ ਵਾਸਤੇ ਉਹਨਾਂ ਨੂੰ ਪੈਦਾ ਕੀਤਾ ਸੀ ਪਰਮੇਸ਼ਰ ਦੀ ਬੰਦਗੀ ਕਰਨ ਤੋਂ ਤਾਂ ਉਹ ਖਾਲੀ ਰਹਿ ਗਏ, ਆਪਣੇ ਹੰਕਾਰ ਵਿੱਚ ਹੀ ਉਹ ਤਾਂ ਰੱਤੇ ਗਏ। ਹਜ਼ੂਰ ਕਹਿੰਦੇ ਪਰਮ ਪੁਰਖ ਪੂਜਤ ਰਹਿ ਗਏ, ਤਾਂ ਪੂਜਤ ਪਰਮ ਪੁਰਖ ਰਹਿ ਗਏ, ਉਹ ਵਾਹਿਗੁਰੂ ਦੀ ਬੰਦਗੀ ਕਰਨ ਤੋਂ ਬਿਨਾਂ ਹੀ ਰਹਿ ਗਏ। ਤੇ ਹਮ ਤਮਕ ਤਨਕ ਮੋਹ ਖਾਪੇ। ਤਾਂ ਫਿਰ ਭਾਈ ਸਾਨੂੰ ਕੁਝ ਕੁ ਗੁੱਸਾ ਆਇਆ, ਅਸੀਂ ਕੁਝ ਕੁ ਸਮੇਂ ਵਿੱਚ ਹੀ ਉਹਨਾਂ ਨੂੰ ਮਾਰ ਕਰਕੇ ਮੁਕਾ ਦਿੱਤਾ। ਵਾਹਿਗੁਰੂ ਕਹਿ ਰੱਖੇ ਨੇ ਕਿ ਜਦੋਂ ਦੈਂਤਾਂ ਨੇ ਇਵੇਂ ਅਕਾਲ ਪੁਰਖ ਵਾਹਿਗੁਰੂ ਦੇ ਸਾਡੇ ਨਾਮ ਨੂੰ ਨਾ ਜਪਿਆ, ਹੰਕਾਰੀ ਹੋ ਗਏ, ਤਾਂ ਫਿਰ ਅਸੀਂ ਕੁਝ ਕੁ ਗੁੱਸੇ ਵਿੱਚ ਆ ਕਰਕੇ ਉਹਨਾਂ ਨੂੰ ਖਤਮ ਕੀਤਾ। ਇਵੇਂ ਭਗਵਾਨ ਦਾ ਰੂਪ ਧਾਰਨ ਕਰਕੇ ਤਾਂ ਇਵੇਂ ਇਹਨਾਂ ਨਾਲ ਇਹ ਜੰਗ ਕੀਤਾ ਸੀਗਾ। 5000 ਵਰ੍ਹਾ ਇਹ ਜੰਗ ਹੋਇਆ ਸੀ, 5000 ਵਰ੍ਹਾ ਇਹ ਚੱਲਦਾ ਰਿਹਾ ਸੀ। ਇਵੇਂ ਹਜ਼ੂਰ ਕਹਿ ਰਹੇ ਨੇ ਕਿ ਅਕਾਲ ਪੁਰਖ ਵਾਹਿਗੁਰੂ ਨੇ ਕਿਹਾ ਕਿ ਫਿਰ ਅਸੀਂ ਇਹ ਦੈਂਤ ਜਿਹੜੇ ਸੀ ਇਹ ਖਤਮ ਕਰ ਦਿੱਤੇ। ਕੀ ਠੌਰ ਦੇਵਤਾ ਥਾਪੇ। ਇਹਨਾਂ ਦੀ ਥਾਂ ਤੇ ਫਿਰ ਦੇਵਤੇ ਪੈਦਾ ਕੀਤੇ ਕਿ ਇਹ ਵਾਹਿਗੁਰੂ ਦੇ ਨਾਮ ਨੂੰ ਜਪਾਉਣਗੇ, ਇਹ ਸਾਡਾ ਨਾਮ ਦੁਨੀਆ ਤੇ ਜਪਾਉਣਗੇ। ਤੇ ਵੀ ਬਲ ਪੂਜਾ ਉਰਜਾਏ। ਤਾਂ ਉਹ ਵੀ ਬਲੀਆਂ ਲੈਣ ਵਿੱਚ ਲੱਗ ਗਏ, ਪੂਜਾ ਕਰਾਉਣ ਵਿੱਚ ਲੱਗ ਗਏ। ਕੋਈ ਕਹਿੰਦਾ ਮੈਨੂੰ ਬੱਕਰੇ ਦੀ ਬਲੀ ਦਿਓ, ਕੋਈ ਕਹਿੰਦਾ ਮੈਨੂੰ ਕੁੱਕੜ ਦੀ ਬਲੀ ਦਿਓ। ਹਜ਼ੂਰ ਕਹਿੰਦੇ ਇਹ ਦੇਵੀ ਦੇਵਤੇ ਜਿਹੜੇ ਸੀਗੇ ਨਾ, ਇਹ ਵੀ ਹਜ਼ੂਰ ਕਹਿੰਦੇ ਇਸੇ ਪਾਸੇ ਲੱਗ ਗਏ। ਕੋਈ ਕਹਿੰਦਾ ਸੀ ਬਲੀ ਦੇ ਦਿਓ, ਕੋਈ ਕਹਿੰਦਾ ਮੇਰੀ ਪੂਜਾ ਕਰੋ। ਆਪਨ ਹੀ ਪਰਮੇਸ਼ਰ ਕਹਾਏ। ਤਾਂ ਦੇਵਤੇ ਤਾਂ ਪੈਦਾ ਹੋਏ ਸੀ ਵਾਹਿਗੁਰੂ ਨਾਲ ਜੋੜਨ ਵਾਸਤੇ, ਲੇਕਿਨ ਇਹਨਾਂ ਨੇ ਆਪਣੇ ਆਪ ਨੂੰ ਹੀ ਪਰਮੇਸ਼ਰ ਅਖਾਉਣਾ ਸ਼ੁਰੂ ਕਰ ਦਿੱਤਾ। ਤਾਂ ਹੁਣ ਦੇਖੋ ਦਸਮ ਗ੍ਰੰਥ ਦੀ ਨਿੰਦਿਆ ਕਿਉਂ ਹੁੰਦੀ ਹੈ, ਕਿਉਂਕਿ ਹਜ਼ੂਰ ਨੇ ਇਹਦੇ ਵਿੱਚ ਸੱਚੋ ਸੱਚ ਲਿਖਿਆ ਹੋਇਆ। ਹਜ਼ੂਰ ਕਹਿੰਦੇ ਦੇਵੀ ਦੇਵਤਿਆਂ ਨੂੰ ਪੈਦਾ ਤਦ ਕੀਤਾ ਸੀ ਕਿ ਸੰਸਾਰ ਵਿੱਚ ਜਾ ਕਰਕੇ ਵਾਹਿਗੁਰੂ ਦਾ ਨਾਮ ਜਪਾਓ, ਲੇਕਿਨ ਇਹ ਦੁਨੀਆ ਤੇ ਆਏ ਕੋਈ ਬਲੀਆਂ ਲੈਣ ਲੱਗ ਪਿਆ। ਕਿਸੇ ਨੇ ਆਪਣੀ ਪੂਜਾ ਕਰਾਉਣੀ ਸ਼ੁਰੂ ਕਰ ਦਿੱਤੀ, ਆਪਣੇ ਆਪ ਨੂੰ ਪਰਮੇਸ਼ਰ ਅਖਵਾਉਣ ਲੱਗ ਪਏ। ਮਹਾਦੇਵ ਅਚੁੱਤ ਕਹਿਵਾਇਓ। ਤਾਂ ਜਿਹੜਾ ਮਹਾਦੇਵ ਹੈ, ਜਿਹਨੂੰ ਲੋਕ ਸ਼ਿਵ ਜੀ ਵੀ ਕਹਿੰਦੇ ਨੇ, ਹਜ਼ੂਰ ਕਹਿੰਦੇ ਉਹ ਆਪਣੇ ਆਪ ਨੂੰ ਅਚੁੱਤ ਕਹਿਵਾਇਓ, ਆਪਣੇ ਆਪ ਨੂੰ ਅਗੇੜ ਸਰੂਪ ਅਖਵਾਉਣ ਲੱਗ ਪਿਆ ਕਿ ਮੈਂ ਨਹੀਂ ਡਿੱਗਾਂਗਾ, ਮੈਂ ਖਤਮ ਨਹੀਂ ਹੋਵਾਂਗਾ, ਮੈਨੋ ਰੱਬ ਹਾਂ। ਆਪਣੇ ਆਪ ਨੂੰ ਮਹਾਦੇਵ ਕੀ ਅਖਵਾਉਣ ਲੱਗ ਪਿਆ, ਰੱਬ ਹੀ ਅਖਵਾਉਣ ਲੱਗ ਪਿਆ। ਵਿਸ਼ਨ ਆਪ ਹੀ ਕਹਿ ਠਹਿਰਾਇਓ। ਤਾਂ ਜਿਹੜਾ ਵਿਸ਼ਨੂੰ ਸੀ, ਹਜ਼ੂਰ ਕਹਿੰਦੇ ਵਿਸ਼ਨੂੰ ਦੇਵਤਾ, ਉਹਨੇ ਆਪਣੇ ਆਪ ਨੂੰ ਹੀ ਰੱਬ ਅਖਵਾਉਣਾ ਸ਼ੁਰੂ ਕਰ ਦਿੱਤਾ। ਬ੍ਰਹਮਾ ਆਪ ਪਾਰ ਬ੍ਰਹਮ ਬਖਾਨਾ। ਤੇ ਇਵੇਂ ਹੀ ਜੋ ਬ੍ਰਹਮਾ ਦੇਵਤਾ ਹੈ, ਹਜ਼ੂਰ ਕਹਿੰਦੇ ਆਪਣੇ ਆਪ ਨੂੰ ਇਹਨੇ ਪਾਰ ਬ੍ਰਹਮੀ ਕਹਿਣਾ ਸ਼ੁਰੂ ਕਰਤਾ ਕਿ ਮੰਨੋ ਰੱਬ ਆ, ਮੇਰੇ ਤੋਂ ਅੱਗੇ ਕੋਈ ਨਹੀਂ ਹੈਗਾ। ਹਾਂ ਕੀਤੇ ਤਾਂ ਰੱਬ ਨੂੰ ਚੇਤੇ ਕਰਨ ਵਾਸਤੇ ਪੈਦਾ ਸੀਗੇ, ਲੇਕਿਨ ਹਜ਼ੂਰ ਕਹਿੰਦੇ ਇਹ ਦੇਵਤੇ ਵੀ ਹੰਕਾਰੀ ਹੋ ਗਏ, ਆਪੋ ਆਪਣੀ ਪੂਜਾ ਵਿੱਚ ਲੱਗ ਗਏ। ਪ੍ਰਭੂ ਕੋ ਪ੍ਰਭੂ ਨਾ ਕਿਨਹੂ ਜਾਨਾ। ਐਸੀ ਹਾਲਤ ਹੋ ਗਈ ਕਿ ਰੱਬ ਨੂੰ ਤਾਂ ਰੱਬ ਕਿਸੇ ਨੇ ਜਾਣਿਆ ਹੀ ਨਹੀਂ। ਇਹ ਦੇਵਤੇ ਆਪਣੀ ਪੂਜਾ ਕਰਾਉਣ ਲੱਗ ਪਏ। ਇਹ ਅਕਾਲ ਪੁਰਖ ਵਾਹਿਗੁਰੂ ਕਹਿ ਰਹੇ ਨੇ ਕਲਗੀਧਰ ਪਾਤਸ਼ਾਹ ਜੀ ਨੂੰ। ਅਕਾਲ ਪੁਰਖ ਵਾਹਿਗੁਰੂ ਸਮਝਾ ਰਹੇ ਨੇ ਕਿ ਇਹ ਦੁਸ਼ਟ ਦਮਨ ਜੀ, ਅਸੀਂ ਦੈਤ ਪੈਦਾ ਕੀਤੇ, ਉਹ ਹੰਕਾਰੀ ਹੋ ਗਏ। ਉਹਨਾਂ ਨੂੰ ਮਾਰ ਕੇ ਅਸੀਂ ਦੇਵਤੇ ਪੈਦਾ ਕੀਤੇ ਕਿ ਇਹ ਸਾਡਾ ਨਾਮ ਜਪਾਉਣਗੇ।
ਦੇਵਤੇ ਤਾਂ ਆਪਣੀ ਪੂਜਾ ਕਰਾਉਣ ਲੱਗ ਪਏ। ਤਬ ਸਾਖੀ ਪ੍ਰਭ ਅਸ਼ਟ ਬਨਾਏ। ਤਾਂ ਇਸ ਪ੍ਰਕਾਰ ਜਿਹੜੇ ਤਿੰਨ ਦੇਵਤੇ ਸੀ ਉਹ ਆਪਣੇ ਆਪ ਨੂੰ ਰੱਬ ਅਖਵਾਉਣ